अस्सलाम वालेकुम ख़वातीन हज़रात, मैं हूँ आफ्ताब इकबाल और मेरे साथ मौजूद है चाचा बूटा और उसका भाई। ਕੀ ਹਾਲ ਹੈ ਚਾਚਾ? ਉਹ ਯਾਰ ਮੇਰਾ ਹਾਲ ਪੁੱਛਣ ਲੱਗ ਜਾਂਦਾ ਵਾ ਤੂੰ ਹੈ ਵੀ ਤੈਨੂੰ ਨਹੀਂ ਪਤਾ ਵੀ ਸਾਡੇ ਗਰੀਬਾਂ ਦਾ ਕੀ ਹਾਲ ਆ। ਕੀ ਹੋ ਗਿਆ ਗਰੀਬਾਂ ਨੂੰ? ਵੀ ਮੈਂ ਘਰੋਂ ਨਿਕਲਿਆ ਵਾਂ, ਮੈਂ ਚਿੰਗਜੀ ਤੇ ਬੈਠਾ, ਜੇਬ 'ਚ ਮੇਰੇ ਸੀ 50 ਰੁਪਏ। ਅੱਛਾ। ਮੈਂ ਕਿਹਾ ਵੀ ਚਲੋ 10-20 ਰੁਪਏ ਰਕਸ਼ੇ ਵਾਲਾ ਲੈ ਲੂਗਾ, ਚਲ ਉੱਥੇ ਜਾ ਕੇ ਕੋਈ ਆਪਣਾ ਰੋਟੀ ਪਾਣੀ ਵੀ ਖਾ ਲਾਂਗੇ। रिक्शे वाले को भी दोगे, रोटी पानी भी खाओगे? ਉਹ ਵੀ ਨਾਲ ਸਿਗਟਾਂ ਵੀ ਆ ਜਾਣੀਆਂ ਸੀ। वाह वाह वाह, साथ एक आध सूट और जूतों का जोड़ा भी ले लेना था। ਹਾਏ ਹੱਸਦਾ ਬਹੁਤ ਆ ਗਰੀਬਾਂ ਤੇ, ਬਹੁਤ ਹੱਸਦਾ ਵੀ ਤੂੰ। और गरीब को कोई नहीं समझाने वाला। ਕਿਉਂ ਜੀ, ਕੀ ਹੋਇਆ? और 50 रुपया तू लैके निकल रहे हैं झूंगे चो, और विच तू रिक्शे का किराया भी देना है, फिर तू सिगटां भी पीनियां ने, रोटी भी खानी है। ਉਹ ਚਿੰਗਜੀ ਵਾਲਿਆਂ ਨੇ ਬਦਮਾਸ਼ੀ ਕੀਤੀ ਮੇਰੇ ਨਾਲ। वो किस तरह? ਉਹ ਮੈਨੂੰ ਕਹਿੰਦਾ ਵੀ 40 ਰੁਪਏ ਦਿਓ। ਹਜੇ ਮੈਂ ਸੋਚੇ ਨਹੀਂ ਡਿਆ ਸੀ, ਮੈਂ ਜੇਬ ਚੋਂ ਕੱਢਿਆ, ਉਹਨੇ ਖੋਹ ਕੇ ਮੈਨੂੰ 10 ਰੁਪਏ ਵਾਪਸ ਵੀ ਦੇ ਤੇ। ਹਜੇ ਮੈਂ ਉਹਦੇ ਨਾਲ ਲੜਨਾ ਸੀ, ਉਹਨੇ ਪੈਸੇ ਫੜਿਆ ਤੇ ਸਪੀਡ ਮਾਰਤੀ ਆ। ये चिंगची वाला कितने पैसे लैंदा है? ਉਹ 10 ਨਹੀਂ ਤਾਂ 15 ਰੁਪਏ ਲੈ ਲੂ। ये कब की बात है? ਅੱਜ ਜਦੋਂ ਮੈਂ ਆਖਰੀ ਵਾਰੀ ਚਿੰਗਜੀ ਤੇ ਆਇਆ ਵਾਂ। कितनी देर होगी इस गल नूं? ਉਹ ਵੀ ਤੂੰ ਆਪੇ ਹਿਸਾਬ ਲਾ ਲਾ ਵੀ ਹਜੇ ਇਮਰਾਨ ਖਾਨ ਦੀ ਹਕੂਮਤ ਆਈ ਹੀ ਨਹੀਂ ਸੀ। वो तो अजे भी नहीं आई चाचा। ਫਿਰ ਟਿਚ ਕਰ। नहीं अजे कित्थे आई इमरान खान की हुकूमत? ਉਹ ਮੈਂ ਪਿਛਲੀ ਹਕੂਮਤ ਦੀ ਗੱਲ ਕਰ ਰਿਹਾ ਸੀ, ਅਰਸਟੋਟਲ ਸਾਹਿਬ। स्टोटर क्या होता? अच्छा चलो, यानी 2018 तो पहले वो चाचा उदों मामला होर सी, हुण होर हो गया। हुण तो बहुत महंगाई हो गई। ਉਹ ਯਾਰ ਇਹ ਸਾਡਾ ਬਣੂ ਕੀ? ਇਹ ਮਾਂ ਯਾਰ ਕਿਸੇ ਸ਼ੈ ਨੂੰ ਹੱਥ ਨਹੀਂ ਉਹ ਲੱਗਦਾ। अच्छा ये भाई साहब हैं आपके? ਇਹ ਮੇਰਾ ਵੱਡਾ ਭਰਾ ਵਾ, ਤੈਨੂੰ ਯਾਦ ਆ ਨਾ, ਤੈਨੂੰ ਦੱਸਿਆ हाँ जी ਸੀਗਾ। हाँ जी हाँ जी हाँ जी, वही जो। ਉਹ अच्छा जी, बड़े भाई का नाम क्या है? ਮੇਰਾ ਨਾਂ ਸੂਦਾ ਜੀ, ਤਾਇਆ ਸੂਦਾ ਕਹਿੰਦੇ ਮੈਨੂੰ। अच्छा, वो चाचा बूटा है, तुसी ताया सूदा है। ਹਾਂਜੀ, अच्छा जी ताया जी, वेलकम। ਇੱਕ ਗੱਲ ਮੈਂ ਤੁਹਾਡੇ ਕੋਲੋਂ ਪੁੱਛਾਂ? जी जी जी। ਮੈਨੂੰ ਇੱਥੇ ਕਾਹਦੇ ਲਈ ਬੁਲਾਇਆ ਤੁਸੀਂ? ਔਰ ਨਾਲੇ ਮੈਨੂੰ ਪਤਾ ਚੱਲਿਆ ਤੁਸੀਂ ਮੇਰੀਆਂ ਬੜੀਆਂ ਤਾਰੀਫਾਂ ਕਰਦੇ ਹੋ। ਮੁਖਬਰੀਆਂ ਬੜੀਆਂ ਤਗੜੀਆਂ ਦੇ ਰਹੇ ਹੋ, ਕਿੰਦੇ ਖਾਨ ਸਾਹਮਣੇ ਹੋ ਤੁਸੀਂ? ਕਿਉਂ, ਇਹ ਤੂੰ ਦੱਸਿਆ? ਮੈਂ ਤਾਂ ਖੁਰਕਤਾ ਦੱਸਿਆ ਵਾ, ਇਹਨੂੰ ਸਮਝ ਖੁਰਕਦੀ ਆਈ ਆ। ਅੱਛਾ ਜੀ, ਕੋਈ ਤਾਜ਼ਾ ਮੁਖਬਰੀ ਦੱਸੋ ਨਾ। ਤਾਜ਼ਾ ਮੁਖਬਰੀ ਇਹ ਹੈਗੀ ਏ ਕਿ ਅੱਜ ਦੀ ਰਾਤ ਬੜੀ ਸਖਤ ਆ ਪੀਟੀਆਈ ਵਾਲਿਆਂ ਤੇ। अच्छा, ਪਕੜ ਦਕੜ ਸ਼ੁਰੂ ਹੋ ਜਾਣੀ ਆ ਘੰਟੇ ਡੇਢ ਤੱਕ। वो जो कॉल दे रखी है एहतजाज की। ਓਏ ਇਮਰਾਨ ਖਾਨ ਹੈ ਹੀ ਇਹੋ ਜਿਹਾ, ਉਹ ਗੱਲ ਕਿਸੇ ਕੰਢੇ ਬੰਨੇ ਲੱਗਣ ਹੀ ਨਹੀਂ ਦਿੰਦਾ। ਉਹ ਓਏ ਤੁਸੀਂ ਉਹਦੀਆਂ 70 ਸੀਟਾਂ ਰੋਕੀਆਂ ਹੋਈਆਂ ਵਾ, ਹੈ ਉਹ ਵਾਪਸ ਦੇ ਦਿਓ, ਉਹ ਗੱਲ ਬੰਨੇ ਕੰਡੇ ਲਾ ਦੂਗਾ। आहा, ਉਹ ਨਹੀਂ ਯਾਰ, ਉਹ ਬੰਦਾ ਹੀ ਠੀਕ ਨਹੀਂ ਹੈਗਾ। ਮੇਰੀ ਗੱਲ ਸੁਣ ਲੈ, ਮੈਂ ਦੱਸ ਦੇਣਾ ਵੀ ਤੂੰ ਕਿੱਥੇ ਕੰਮ ਕਰਦਾ ਵਾ। ये वैसे बताओ तो सही, ये कहाँ काम करता है? ਇਹਦੀ ਸ਼ਕਲ ਨਹੀਂ ਤੁਸੀਂ ਦੇਖਦੇ ਵੀ ਪਟਵਾਰੀਆਂ ਵਰਗੀ ਆ। ओहो, ਉਹ ਤਾਂ ਚਵਲ ਹੈਗਾ, ਤੁਸੀਂ ਉਹਦੀਆਂ ਗੱਲਾਂ ਤੇ ਓਹੋ ਕਰੀ ਜਾਣ ਡਏ ਹੋ। अच्छा मैनू ये नहीं सी पता वैसे ताया जी। अच्छा, सारे ताए नवाज लीग च क्यों हैगे ने? ताया जी तुसी काम की करते हो? ਮੈਂ ਕੂਲਰਾਂ ਦੀਆਂ ਮੋਟਰਾਂ ਠੀਕ ਕਰਨਾ। अच्छा, कोई बचत शचत हो जाती है? ਲੈ ਬਚਤ ਟੱਟੂ ਹੋਣੀ ਆ। ओहो, ਓਏ ਆਫਤਾਬ ਸਾਹਿਬ, ਇਹ ਪਾਗਲ ਤਾਂ ਨਹੀਂ ਹੈਗਾ? मैं ਤੁਹਾਡੇ ਕੋ ਪੁੱਛ ਰਿਹਾ, ਸਗਾਤ ਤੁਸੀਂ ਭੇਜੀ ਹੈ, ਭਰਾ ਤੁਹਾਡਾ ਹੈਗਾ। ਘਰ ਦੇ ਵਿੱਚ ਤਾਂ ਇਹੋ ਜੀ ਬਕਵਾਸ ਨਹੀਂ ਕਰਦਾ, ਆ ਤੁਹਾਡੇ ਸਾਹਮਣੇ ਹੀ। ਚਾਚਾ ਵੈਸੇ ਇਹੋ ਜਿਹੀਆਂ ਗੱਲਾਂ ਕਿਉਂ ਕਰਨਾ ਤੂੰ? ਉਹ ਭਾਈ ਮਹਿੰਗਾਈ ਆ ਗੋਡੇ ਗੋਡੇ, ਭੁੱਖ ਨੇ ਸਿਰ ਸਜਾਏ ਹੋਏ ਆ ਸਾਡੇ ਤਾਂ। ओए होए, लेकिन ये देखे ना आपका भाई किस कदर सोबर है, डिसेंट है, चुप बैठा है। ਇਹ ਸਾਰਾ ਦਿਨ ਮਹਿੰਗਾਈ ਦਾ ਰੋਣਾ ਰੋਂਦਾ ਰਹਿੰਦਾ ਆ। ਹੁਣ ਤੁਹਾਡੇ ਸਾਹਮਣੇ ਮੀਸਣਾ ਜਿਹਾ ਬਣ ਕੇ ਬੈਠਾ ਵਾ, ਐਡਾ ਤੂੰ ਨਜਬ ਸਿਟੀ ਦਾ ਸਾਲਾ। ਚਾਚਾ ਤੇਰੀ ਗੁਰਬਤ ਕਿਉਂ ਨਹੀਂ ਜਾਂਦੀ? ਵਾਹ ਵਾਹ ਵਾਹ, ਬਹੁਤ ਅੱਛਾ ਸਵਾਲ ਕੀਤਾ ਬਈ। ਅਸੀਂ ਤਾਂ ਜਿਵੇਂ ਪਾਗਲਾਂ ਤੇਰੇ ਅੱਗੇ ਆਪਣਾ ਰੋਣਾ ਰੋਈ ਜਾਈਦਾ ਵਾ। ਵੇਖ, ਅੱਜ 15-16 ਤਾਰੀਖ ਹੈ, ਆਹੋ, ਔਰ ਤੇਰੀ ਜੇਬ ਵਿੱਚ ਫਿਰ 50 ਰੁਪਏ ਦਾ ਨੋਟ। ਤਨਖਾਹ ਦਾ ਕੀ ਕਰਨਾ ਤੂੰ? ਉਹ ਤਨਖਾਹ ਲੱਗ ਲੁੱਗ ਜਾਂਦੀ ਆ। ਆ ਚਾਚੀ ਤੇਰੀ ਸੰਗੀ ਤੇ ਨਾਂ ਰੱਖ ਕੇ ਲੈਂਦੀ ਆ। ਸਾਰੀ ਤਨਖਾਹ ਲੈ ਲੈਤੀ ਹੈ। ਉਹ ਸਾਰੀ ਤਨਖਾਹ ਖੋ ਲੈਂਦੀ ਆ, ਪਤਾ ਨਹੀਂ ਸਾਲੀ ਜੂਆ ਖੇਲਦੀ ਆ ਕਿਤੇ। अच्छा, जुआ खेलती है तो कभी जीतती भी होगी। ਉਹ ਜਿੱਤਣ ਵਾਲੇ ਦਿਨ ਤਾਂ ਜੰਮੀ ਨਹੀਂ, ਹਰ ਵਾਲੀ ਹਾਰ ਜਾਂਦੀ ਆ। ਮੈਨੂੰ ਤਾਂ ਲੱਗਦਾ ਜਿਵੇਂ ਪਾਕਿਸਤਾਨੀ ਟੀਮ 'ਚ ਆ। ऐसे पाकिस्तानी टीम भी क्या टीम है? चाचा तेन इन्नी तगड़ी तनख्वाह मिलती है और तू वाकई ज़ाया कर देना पैसे। ਉਹ ਕੀ ਕਰਾਂ ਫਿਰ ਦੱਸ ਬਈ। देख, तेरा कोई खर्चा नहीं गा, सारा खर्चा तेरा कंपनी बर्दाश्त कर दी। ਉਹ ਤੈਨੂੰ ਦੱਸਿਆ ਤਾਂ ਹੈ, ਪਤਾ ਨਹੀਂ ਕੀ ਕਰਦੀ ਆ ਸਾਲੀ। चाचा तू बजट बनाया कर ना, बजट बना के उन दिया कर। ਓਏ ਸਾਲੇ ਨੇ ਬਜਟ ਕੀ ਬਣਾਉਣਾ, ਇੰਨਾ ਨਲਾਇਕ ਹੈ, ਇਹਦੇ ਕੋਲੋਂ ਤਾਂ ਸਿਗਰਟ ਨਹੀਂ ਬਣਾਇਆ ਜਾਂਦਾ। ओहो,
अच्छा यार कोई और खबर दो ताया। ਮੇਰੇ ਕੋ ਹੋਰ ਕੋਈ ਖਬਰ ਨਹੀਂ ਹੈਗੀ, ਬਸ ਛੋਟੀਆਂ ਮੋਟੀਆਂ ਖਬਰਾਂ। हाँ छोटी मोटी को दो। ਇੰਡੀਆ ਕੁਛ ਨਾ ਕੁਛ ਕਰੂ ਹੀ ਕਰੂ। ये खबर है, वाकई ठीक कह रहे हैं आप कि ज़बान ज़द आम है, लग रहा है, क्योंकि कल परसों उसने हरकत भी की है। ਅੱਛਾ ਜੀ, हाँ ਇਹ ਸ਼ੁਰੂ ਕਰਤੀਆਂ ਹਰਕਤਾਂ ਇਹਨਾਂ ਨੇ। हाँ जी। ਆਹੋ ਜੀ, ਇਹ ਮੋਦੀ ਨੇ ਵੀ ਤਾਂ ਇਲੈਕਸ਼ਨ ਲੜਨਾ ਵਾ, ਓਏ ਉਹਨੂੰ ਵੀ ਤਾਂ ਕੋਈ ਬਹਾਨਾ ਸ਼ਾਨਾ ਚਾਹੀਦਾ ਵਾ। ਕੱਲ ਸਾਡੇ ਘਰ ਇੱਕ ਦਾਵਤ ਸੀਗੀ, अच्छा जी। ਇੱਕ ਭਾਰੂ ਘੇਰਿਆ ਸੀ ਤੇ ਉਹਦੇ ਲਈ ਖਾਣਾ ਛਾਣਾ ਕੀਤਾ ਸੀਗਾ। पारू शारू तो मुराद। ਓਏ ਆਜ਼ਾਦ ਉਮੀਦਵਾਰਾਂ ਨੂੰ ਵੀ ਭਾਰੂ ਕਹਿੰਦੇ ਆ। अच्छा आप तो वाकई यार किसी नवाज लीगी के घर काम करते हैं। ਓਏ ਤੂੰ ਤੇ ਵਾਅਦਾ ਕੀਤਾ ਸੀ ਵੀ ਕਿਸੇ ਨੂੰ ਦੱਸਣਾ ਨਹੀਂ। ਓਏ ਉਹਨੂੰ ਸਾਰਾ ਪਤਾ ਵਾ, ਐਵੇਂ ਹੀ ਕਾਕਾ ਬਣਦਾ ਵਾ। अच्छा जी फिर ਉੱਥੇ ਕੋ 2-4 ਵਾਰੀ ਗੱਲ ਹੋਈ ਆ ਮਾਰਸ਼ਾਲਾ ਦੀ। ਤੇ ਤਾਇਆ ਤੂੰ ਇਹ ਸਾਰੀਆਂ ਗੱਲਾਂ ਕਿਸ ਤਰ੍ਹਾਂ ਸੁਣਨਾ? ਆ ਸਿਆਸਤ 'ਚ ਮੇਰੀ ਬੜੀ ਦਿਲਚਸਪੀ ਆ, ਮੇਰਾ ਕੰਨ ਉਧਰ ਹੀ ਹੁੰਦਾ। ਇਹ ਤਾਂ ਸੱਪ ਦੇ ਕੰਨਾਂ ਵਾਲਾ ਮਸ਼ਹੂਰ ਆ। ਇਹ ਮੇਰੇ ਘਰ ਆਵੇ ਤੇ ਮੈਂ ਤੇ ਮੇਰੀ ਬੀਵੀ ਗੂੰਗਾ ਸਟਾਪ ਹੋ ਜੀਦਾ ਵਾ। ਕਿਉਂ? ਇਹ ਸਾਲਾ ਸਾਡੀਆਂ ਸਾਰੀਆਂ ਗੱਲਾਂ ਸੁਣਦਾ ਵਾ, ਔਰ ਜ਼ਿਆਦਾਤਰ ਗੰਦੀਆਂ ਸੁਣਦਾ। ਤੇ ਤੂੰ ਗੰਦੀਆਂ ਕਰਿਆ ਹੀ ਨਾ ਕਰ। ਉਹ ਮੈਂ ਮਾਂ ਜਾਂ ਬੀਵੀ ਨਾਲ ਵੀ ਗੰਦੀ ਗੱਲ ਨਹੀਂ ਕਰ ਸਕਦਾ। ਬਹੁਤ ਵੇਖਦਾ ਤਾਂ ਬਈ ਤੂੰ ਬਹੁਤ। ਮੈਂ 1000 ਵਾਰੀ ਚਾਚਾ ਤੈਨੂੰ ਕਿਹਾ ਕਿ ਬੀਵੀ ਦਾ ਜ਼ਿਕਰ ਨਾ ਕਰਿਆ ਕਰ ਤੂੰ। ਉਹ ਯਾਰ ਮੈਂ ਹੋਰ ਕਿਹਦਾ ਜ਼ਿਕਰ ਕਰਾਂ? ਕਿਸੇ ਫਿਲਮ ਸਟਾਰ ਦਾ ਕਰ ਲਿਆ ਕਰਾਂ। ਹਾਂਜੀ ਫਿਲਮ ਸਟਾਰ ਦੀ ਗੱਲ ਕਰ ਲਓ। ਤੁਹਾਡੇ ਦੌਰ ਦੀ ਤੇ ਟੁੰਟੁਨ ਹੋਏਗੀ। ਹਾਂਜੀ, ਟੁੰਟੁਨ ਇੱਕ ਅਦਾਕਾਰਾ ਸੀ, ਕਮੇਡੀਅਨ ਸੀ, ਤੁਹਾਡੀ ਉਮਰ ਦੀ ਹੈ। ਆ ਚੁੰਚੁਨ ਦੀ ਗੱਲ ਕਰਨ ਡਏ ਆ। ਚੁੰਚੁਨ ਤੇ ਇੱਥੇ ਹੈਗੀ ਸੀ ਨਾ, ਟੁੰਟੁਨ ਉੱਥੇ ਸੀ ਇੰਡੀਆ। ਮੇਰੇ ਨਾਲ ਪੇਰ ਵੀ ਬਣਾਇਆ ਤੇ ਟੁੰਟੁਨ ਦਾ। ਉਹ ਕਿੱਡਾ ਜ਼ਾਲਮ ਆ ਤੂੰ ਓਏ। ਹੋਰ ਤੇਰਾ ਮੈਂ ਮਾਧੁਰੀ ਨਾਲ ਬਣਾਵਾਂ? ਆ ਇੰਡੀਆ ਸਾਨੂੰ ਕੀ ਮਜ਼ਾਕ ਸਮਝਦਾ ਵਾ? ਅਸੀਂ ਆਪ ਮਜ਼ਾਕ ਬੰਨੇ ਆ। ਨਹੀਂ ਤਾਂ ਸਾਨੂੰ ਛੇੜ ਕੇ ਵੀ ਆਪ ਪੁਰਸਕੂਨ ਬੈਠਾ ਰਹੂਗਾ। ਇਹ ਸੋਚਣ ਵਾਲੀ ਗੱਲ ਹੈ। ਆ ਨਹੀਂ ਤੇ ਐਟਮ ਬੰਬ ਅਸੀਂ ਸਫੈਦੀ ਕਰਨ ਵਾਸਤੇ ਰੱਖਿਆ ਵਾ। ਚਾਚਾ ਦੁਆ ਕਰਿਆ ਕਰ ਕਿ ਇਹੋ ਜੀ ਕੋਈ ਹਰਕਤ ਨਾ ਹੋਵੇ, ਨਾ ਇਧਰੋਂ ਨਾ ਉਧਰੋਂ, ਕਿਉਂਕਿ ਬਹੁਤ ਖੌਫਨਾਕ ਵੀ ਹੋ ਸਕਦੀ ਹੈ। ਉਹ ਭਾਈ ਜਿੱਦਾਂ ਦੇ ਹਾਲਾਤ ਆ, ਸਾਡੇ ਤਾਂ ਹੱਥ ਥੱਲੇ ਜਾਂਦੇ ਹੀ ਨਹੀਂ, ਇੱਥੇ ਹੀ ਰਹਿੰਦੇ ਆ। ਦਵਾਵਾਂ ਹੀ ਕਰੀਦੀਆਂ ਸੀ ਤਾਂ 24 ਘੰਟੇ। ਇੱਕ ਗੱਲ ਕਰਾਂ ਵੀ ਤੂੰ ਬੜਾ ਸਿਆਣਾ ਬਿਆਣਾ ਬੰਦਾ ਵੇ, ਪੜ੍ਹਿਆ ਲਿਖਿਆ ਵਾ। ਇਹ ਮੇਰੇ ਕੋਲ ਪੁੱਛ ਰਹੇ ਹੈ ਤਾਏ ਕੋਲੋਂ। ਉਹ ਪੜ੍ਹਿਆ ਲਿਖਿਆ ਤੂੰ ਆ, ਇਹ ਤਾਂ ਮੇਰੇ ਵਾਂਗੂ ਵੜਿਆ ਲਿਖਿਆ ਵਾ। ਓਹੋ ਚਾਚਾ ਫਿਰ ਉਹੀ ਗੱਲਾਂ। ਉਹ ਯਾਰ ਉਹਨੂੰ ਇਤਰਾਜ਼ ਨਹੀਂ, ਤੈਨੂੰ ਕਿਸ ਵਾਸਤੇ ਹੁੰਦਾ ਬਈ? ਉਹ ਬੇਬਸੀ ਨਾਲ ਤੇਰੇ ਲਈ ਦੇਖ ਰਿਹਾ। ਕਿਉਂ ਓਏ ਦੇਖ ਰਿਹਾ ਮੇਰੇ ਬੱਲੇ? ਕਿਸੇ ਪਹਾੜੀ ਬੱਕਰੇ ਦਾ ਬੱਚਾ। ਉਹ ਯਾਰ ਮੈਂ ਇਹ ਪੁੱਛਣਾ ਸੀ ਵੀ ਮੈਂ ਖੁਰਾਕ ਕਿਹੜੀ ਖਾਇਆ ਕਰਾਂ, ਮੇਰਾ ਤਾਂ ਕੋਈ ਹਾਲ ਨਹੀਂ। क्यों? मतलब रूटीन की खुराक खाया करो जैसे सारे खाते हैं। ਉਹ ਨਹੀਂ ਆ ਫੇਰ ਵੀ ਹੁੰਦਾ ਹੀ ਆ ਵੀ ਜਦੋਂ ਪੱਠਿਆਂ ਨੂੰ ਖਿੱਚਾਂ ਖੁੱਚਾਂ ਜੀਆਂ ਪੈਣ ਲੱਗ ਜਾਣ, ਉਹ ਕੜਾਲਾਂ ਪੈਣ ਲੱਗ ਜਾਣ, ਜਦੋਂ ਅਕੜੀਲਾਂ ਜੀਆਂ ਪੈਣ ਲੱਗ ਜਾਣ, ਬਹਿ ਜੀਏ ਤਾਂ ਉੱਠਿਆ ਨਾ ਜਾਵੇ, ਅੱਖਾਂ ਦੇ ਵਿੱਚ ਤਾਰੇ ਨਜ਼ਰ ਆਉਂਦੇ ਆ ਵੀ ਕਿਹੜੀ ਖੁਰਾਕ ਖਾਣੀ ਚਾਹੀਦੀ ਆ। ਆ ਮਰਵਾ ਰੀਤ ਨਾਲ ਕੋਈ ਫਰਕ ਵੀ ਪੈਂਦਾ ਕਿ ਐਵੇਂ ਗੱਲਾਂ ਬਣੀਆਂ ਹੋਈਆਂ ਵਾ? और तू बस खाना खाया कर, टिका के खाया कर। ਉਹ ਕਿੱਥੋਂ ਟਿਕਾ ਕੇ ਖਾਵਾਂ? ਭੈਣੇ ਸਾਲਣ ਹੋਵੇ ਤੇ ਰੋਟੀ ਨਹੀਂ ਹੁੰਦੀ, ਰੋਟੀ ਹੋਵੇ ਤੇ ਸਾਲਣ ਨਹੀਂ ਹੁੰਦਾ। ਚਾਚਾ ਦਾਲ ਰੋਟੀ ਤੇ ਐਸੀ ਚੀਜ਼ ਹੈ ਜਿਹੜੀ ਹਰ ਇੱਕ ਨੂੰ ਲੱਭ ਪੈਂਦੀ ਹੈ। ਦਾਲ ਰੋਟੀ ਨਾਲ ਉਹ ਗੱਲ ਨਹੀਂ ਬਣਦੀ ਜਿਹੜੀ ਇਹ ਬਣਾਉਣਾ ਚਾਹੁੰਦਾ। ਕਿਉਂ ਚਾਚਾ? ਓਏ ਇਲਜ਼ਾਮ ਲਾ ਰਿਹਾ ਮੇਰੀ ਪਾਰਸਾਈ ਤੇ, ਮੇਰੀ ਸ਼ਰਾਫਤ ਤੇ। इसका पारसाई और शराफत से क्या ताल्लुक है? ਇਹਨੇ ਭੈਣ ਬੜੀ ਘੜੀਆ ਗੱਲ ਕੀਤੀ ਆ। अच्छा यार चल छड़ना। ਉਹ ਨਹੀਂ ਦੱਸਦਾ ਸਹੀ ਵੀ ਕੀ ਖਾਇਆ ਕਰਾਂ ਮੈਂ। ਆ ਕੜਕ ਕੜਕ ਦੀ ਆਵਾਜ਼ ਆਉਂਦੀ ਜਦੋਂ ਮੈਂ ਉੱਠਦਾ ਵਾਂ ਨਾ। तू चाचा इस तरह कर ਉਹ ਕੋ ਮਹਿੰਗੀ ਸ਼ੈ ਨਾ ਦਸੀ, ਉਹ ਮੈਂ ਖੁਦਕੁਸ਼ੀ ਕਰ ਲੂੰ। कि महंगी चाय की मतलब गोश्त तो खा ही लेगा ना। ਕਿਉਂ ਜੀ? यानी गोश्त के बगैर चाहते हो तुम? मैं पैसों के बगैर चाहता हूँ जिधर तक मेरा टका ना लगे। नहीं चाचा इस तरह तो फिर मुश्किल ही है। उस तरह भी मुश्किल आ, इस तरह भी मुश्किल आ, ते विचों राह कढ़ कोई। यार ताया तू एडे वड्डे घर दा खानसामा है, कुछ इंदे लिए ले आया कर। ਮੈਂ ਕਈ ਵਾਰੀ ਲੈ ਕੇ ਆਇਆ ਨਾ, ਸ਼ੁਕਰ ਆਏਗਾ ਜ਼ਿਕਰ ਹੀ ਨਹੀਂ ਕਰਦਾ। नहीं मैं सुनिया वा भी सी फूड चंगा हुंदा वा। हाँ जी बहुत चंगा हुंदा, लेकिन चाचा महंगा भी बड़ा हुंदा। फिर चंगा तो ना होया। अब मैनू ना प्रॉम्स बड़े पसंद आ ਜਿਹੜੇ ਵੱਡੇ ਵੱਡੇ ਨਹੀਂ ਹੁੰਦੇ। ਆ ਕੀ ਕਹਿੰਦੇ ਆ ਉਹਨਾਂ ਨੂੰ, ਆ ਜਿਹੜੇ ਵੱਡੇ ਵੱਡੇ ਹੁੰਦੇ ਆ? जंबो। ਆਹੋ। डायनामाइट प्रॉन्स। ਕਿਹੜੇ? डायनामाइट। ਇਹ ਡਾਇਨਾਮਾਈਟ ਬੰਬ ਨਹੀਂ ਹੁੰਦਾ? ਇਹ ਵੀ ਬੰਬ ਹੀ ਹੁੰਦਾ, ਤੂੰ ਕਦੀ ਚਲਾਇਆ ਨਹੀਂ ਨਾ। ਲੈ ਕੱਲ ਮੈਂ ਤੇਰੇ ਲਈ ਬੜੀ ਆਲਾ ਚੀਜ਼ ਲੈ ਕੇ ਆਵਾਂਗਾ। ਅੱਲਾ ਤੇਰਾ ਭਲਾ ਕਰੇ। क्या लाओगे क्या ताया? ਮੈਂ ਸੋਹਣੀਆਂ ਦੇਸੀ ਤੋਰੀਆਂ ਬਣਾਉਣੀਆਂ ਕੱਲ। ਉਹ ਤੇਰਾ ਬੇੜਾ ਤਰਜੇ ਓਏ। ਉਹ ਤੈਨੂੰ ਲਵੇ ਨੀਲੀ ਛਤਰੀ ਵਾਲਾ।
ਕਿਉਂ ਕਿਉਂ ਕਿਉਂ? ਮੈਂ ਭੈਣ ਤਰਸ ਰਿਹਾ ਡਾਉਨਾ ਬਰਾਉਨ ਨੂੰ, ਉਹ ਵਿੱਚ ਦੇਸੀ ਤੋਰੀਆਂ ਤੁੰਨਣ ਡਿਆ ਵਾ। अच्छा जी, हम चलते हैं लाहौर, जहां इलेक्शन सेल में हमारा इंतजार कर रहे हैं सफ़ीर सुलहरी साहब और अली हसनैन साहब। जी सुलहरी साहब, क्या हाल चाल है? सर ठीक ठाक, आप सुनाएं सर, खैरियत? जी सर अल्हम्दुलिल्लाह बिल्कुल ठीक। आगाज करेंगे अली हसनैन से, ज़रा बताइए क्या सियासी सूरत हाल है? जी सर, सियासी सूरत हाल पिछले 36 घंटे जाती उमराह में जो खिचड़ी पकती रही है उसका अब कुछ सामने रिजल्ट सामने आ गया है कि वो अंदर खाने क्या कुछ बातें चलती रही हैं। मैं यहाँ पे कोट करूंगा, एक सहाफी है अदनान खालिद, लाहौर से ही है, क्राइम रिपोर्टर है वो, क्योंकि बड़े करीबी उनके जराए हैं जाती उमराह में, वो बता रहे थे कि पिछले 36 घंटे में बड़ी गहमा गहमी भी थी, बड़ी परेशानी भी थी उनके अंदर खाने, और फैसला ये किया गया है अब तक के मुताबिक, जो सीनियर क़यादत है उन्होंने कहा है कि हमें सेंटर नहीं लेना चाहिए बल्कि अपना सारा का सारा फोकस पंजाब पे रखना चाहिए। ये फैसला है या मशवरा है? सर ये अक्सरियती मशवरा भी है और उम्मीद यही की जा रही है कि ये जो मशवरा है इसी के ऊपर अमल दरामद भी किया जाएगा। हाँ, उसके इम्कानात इसलिए ज़्यादा रोशन है कि एक तो पार्टी के अरिस्टोटल साहब ने भी यही मशवरा दिया है, एहसन इकबाल साहब ने, प्रोफेसर साहब हैं, मेरे दोस्त हैं, बड़े जिगरी यार हैं, मैं बहुत कदर करता हूँ, और ये मैं तंजन नहीं उन्हें अरिस्टोटल कहता, वो वाकई पढ़े लिखे हैं, और अगर नवाज़ लीग की अमूमी सूरत हाल को ज़हन में रखा जाए तो उन्हें अरिस्टोटल कहा जा सकता है। दूसरा, इसहाक डार साहब ने भी यही कह दिया है। तीसरा, साद रफ़ीक और जावेद लतीफ़, ये तो 4 अहम नाम हैं जिन्होंने इंसिस्ट करके कहा है कि ये निरा घाटे का सौदा होगा अगर हम वफाक में हुकूमत लेंगे, कि जिसने गाली देनी है वो थॉरोफेयर होगा, वो हमें सिर्फ गाली देगा और हमसे किया कुछ नहीं जाना। इन अदर वर्ड्स, उन्होंने हाथ खड़े कर लिए हैं कि हमसे ना होगा, ये इतना मुश्किल काम है, गवर्नेंस को मारें गोली, 2 महीने के अंदर अंदर $30 बिलियन कहाँ से इकट्ठे करने हैं, ये सबसे बड़ा इशू है। और इकॉनमी की जो जनरल सूरत हाल है वो बद से बदतर होती चली जा रही है, और जरदारी साहब पतली गली से निकल चुके हैं कि जनाब हमने तो शिरकत नहीं करनी। नवाज शरीफ साहब ने भी माजरत कर ली, देखा जाए तो उन्होंने कहा जी मैं भी इसमें नहीं हूँ, आप पार्टी मेरी इस्तेमाल कर रहे हैं लेकिन मैं इसमें शामिल नहीं हूँ। तो फिर रह गया बेचारा शहबाज शरीफ। शहबाज शरीफ ने तो बाहर सूरत प्राइम मिनिस्ट्री करनी है, चाहे उसे जिम्बाब्वे की करनी पड़ जाए। सफीर सुलहरी साहब, आप क्या कहते हैं? बिल्कुल सर ऐसे ही है, और ये एक टिकट में 2 मजे लेना चाहते हैं, वही जो 2008 वाले मजे लेना चाहती है नून लीग, लेकिन शायद ये उस तरह के मजे ना मिल सके इनको। अगर ये वफाक में नहीं लेते तो पंजाब भी इनको मिलने वाला नहीं है। बात यह है कि वफाक लेने के लिए ना पीपल्स पार्टी आमादा है, ना नवाज लीग आमादा है, पीटीआई का वैसे ही आपने मक्कू ठप दिया है, तो अब तो कोई कवाल पार्टी होगी जो इसके लिए तैयार हो जाए। नहीं, पीटीआई का तो मौक़िफ़ सर बड़ा वाज़ेह है। इमरान खान का जो शर्त है वो तो बड़ा क्लियर है कि भाई मेरी जो आपने सीटें चेंज की हैं, जिनके रिजल्ट आपने बदले हैं, वो आप एज पर जो अवाम ने वोट दिए हैं, मुझे वो सीटें वापस दे दे तो मैं हुकूमत करने के लिए तैयार हूँ। वो बड़े आराम से कह सकते हैं सुलहरी साहब कि भाई अगर वापस करनी होती तो हम ये तरद्दुद क्यों कर रहे हैं, ये गुनाह बेलज्जत हमने किया क्यों? पर यहाँ पे एस्टेब्लिशमेंट का इम्तिहान भी शुरू हो गया ना। अगर एस्टेब्लिशमेंट वो सीटें उसको वापस नहीं देती तो ये जो धांधली का शोर है, ये आज आपने जीडीए का जलसा देखा है, कल फजल रहमान निकलेगा, जमात इस्लामी निकलेगी, साद रिजवी निकलेगा, और ये मुल्क जो है ये मुतहम्मल नहीं हो सकता अब इस तरह के एहतजाज का। जीडीए का जहाँ तक ताल्लुक है ना, उन्होंने इकट्ठ अच्छा किया है, वो जो पीर साहब की फॉलोइंग है वहाँ पे ठीक ठाक है, लेकिन उसका ताल्लुक सियासत से कम उनकी अपनी ज़ात से ज़्यादा है। लेकिन जो उनकी एक तकरीर थी, बड़ी एक दोस्ताना सी, एक बिल्कुल ही जो है ना बेज़रर सी तकरीर, उसमें बकौल चाचे बूटे के सिर्फ बाहर की आमद ही मिली है और कुछ नहीं, यानी मार्शल लॉ आता नज़र आ रहा है उन्हें। और जिस तरह उन्होंने लजाजत के साथ शर्माते शर्माते मार्शल लॉ के आने के खदशात बयान किए हैं, वो खदशात से ज़्यादा इम्कानात पर ज़ोर दे रहे थे। जितनी तकरीर उनकी मुझे समझ आई है, एंड करेक्ट मी इफ़ आई एम रॉन्ग, उसमें
وہ پرتشویش کم تھے اور پر امید زیادہ تھے. ایسے ہی سر، ایسے ہی ایسے ہی. تو صبح جو صورتحال ہو رہی ہے، اب رات کا یہ پہر، اب وہاں پر تو تیاریاں ہونی تھیں لیکن دفعہ 144 لگا دی گئی ہے اور وہاں پہ مسائل ہوں گے. پی ٹی آئی اپنا پرامن احتجاج کس طرح رجسٹر کرواتی ہے، فضل الرحمان ساتھ کس حد تک بیٹھتے ہیں، جماعت اسلامی کا کیا کردار ہوگا، تحریک لبیک پاکستان کا کیا کردار ہوگا، یہ ساری چیزیں دیکھنے والی ہیں کہ عجیب کڑماس کی کیفیت ہے اس وقت. اچھا، نواز لیگ کے بارے میں سلیری صاحب میں یہ پوچھنا چاہ رہا ہوں کہ جیسے نواز شریف صاحب نے یہ فرما دیا کہ جی میں وزیر اعظم نہیں لگوں گا، ان ادر ورڈز انہوں نے انڈورس کر دیا کہ الیکشن کے ساتھ ٹیمپرنگ ہوئی ہے. گو کہ وہ یہ کہنا چاہ رہے ہیں کہ ہمارے حق میں جو نتائج آنے تھے وہ پی ٹی آئی والوں نے کچھ نہ کچھ گڑبڑ کی ہے اور ہمیں نہیں پتا، ہم نے نہیں کھیلنا. تو وہ ایک سائڈ پہ ہو گئے ہیں جو کہ مین سکرپٹ سے غالباً ہٹ کے ہے، جس پر کچھ خفگی کا اظہار ضرور کیا گیا ہوگا. آج جیسے یہ بڑھ چڑھ کے کہہ رہے ہیں کہ جی ہم نے فیڈرل گورنمنٹ کا حصہ نہیں بننا، ان ادر ورڈز یہ کہہ رہے ہیں کہ ہم نے اسٹیبلشمنٹ کو ریسکیو نہیں کرنا، اور اگر یہ نہیں کرتے تو کیا پنجاب حکومت انہیں مل جائے گی؟ پنجاب گورنمنٹ کہاں سے دیں گے؟ وہ پھر چاہیں گے تو پنجاب گورنمنٹ بھی نہیں ان کو ملے گی. اب دیکھیں کہ ان کو جو ہے نا اس وقت اصل میں میاں نواز شریف صاحب کو سمجھ نہیں آ رہی. جوید لطیف صاحب نے بھی کہا تھا کہ یہ جو ووٹ پڑا ہے یہ اسٹیبلشمنٹ کے خلاف ووٹ پڑا ہے. یہ بیسیکلی بکھرا چکے ہیں سر، اور یہ چاہتے ہیں کہ اب چونکہ یہ اپنی شکست کو تسلیم نہیں کرنا چاہتے، یہ چاہتے ہیں کہ یہ سارا کا سارا گند اٹھا کر تو اسٹیبلشمنٹ کے کندھوں پہ ڈال دیا جائے. اور میں نے 2-3 دن پہلے گزارش کی تھی کہ میاں صاحب اب شیر بنے شیر، ہمت کریں اور ایکسیپٹ کریں کہ یہ بنیادی طور پہ آپ کی شکست ہے. آپ کی ذہانت اور ایکیومن گھاس چرنے گئی ہوئی تھی جب یہ فیلر پھینکا گیا تھا. اب باجوے نے پھینکا تھا یا جس نے بھی پھینکا تھا آج سے 2 سال پہلے، آپ نے آخر ایگری کیا تھا اس کے ساتھ، اس کو فالو کیا تھا، تو آج نوبت یہاں تک پہنچی ہے نا. اس وقت آپ کی عقل کدھر گئی تھی؟ سر وہ سیاستدان ہی نہیں، اس کو یہ نہیں پتا تھا کہ اسٹیبلشمنٹ کے ساتھ لگ کے قافلی کا کیا حال ہوا تھا. ماضی میں ہمارے پاس مثال موجود تھی، جو ہے نواز شریف صاحب کو پتا تھا یہ حالات ہوں گے، لیکن انہوں نے اپنی شاید سزاؤں کے لالچ میں آ کے تو اپنی جو ہے نا وہ گردن دے دی اس میں. ادروائز پتا تو ان کو بھی تھا کہ یہ مشرف کے دور میں قاف لیگ یہ بھگت چکی تھی، اور آج جو مسلم لیگ نون کی سچویشن ہے سیم قاف لیگ کی سچویشن تھی 2008 میں. ایبسولوٹلی ایبسولوٹلی. ابھی جب ہم یہ ریکارڈنگ کر رہے ہیں تو ابھی نواز شریف کے حوالے سے ایک سٹیٹمنٹ آئی ہے کہ وفاقی حکومت نون لیگ کو نہیں لینی چاہیے. پارٹی اجلاس میں میاں نواز شریف کا شرکاء کو مشورہ، اتحادیوں کے غیر اصولی مطالبات مان کر حکومت لینا دانش مندی نہیں ہوگی. نواز شریف کا اتفاق. واہ. اچھا، اب اس میں صورتحال کس طرف جائے گی؟ کیا کہتے ہیں آپ علی حسنین؟ جی سر، میں یہی ابھی دیکھ رہا ہوں کہ دیکھیں نواز شریف پی ایم ایل نے اگر انکار کر دیا، پیپلز پارٹی انکاری ہو گئی، پی ٹی آئی والے لولی لنگڑی حکومت تو بالکل نہیں لیں گے. وہ کہیں گے جب تک ہماری وہ جو سیٹیں ہمیں چھینی گئی ہیں وہ ہمیں واپس کرو تو ہم حکومت میں بیٹھیں گے. ایک تو پہلی بات یہ ہے کہ اگر یہ خلا کیسا فیل ہوگا. دوسری بات یہ ہے جو بڑی اہم بات ہے کہ سپریم کورٹ کے اندر 3 رکنی بینچ جس کی سربراہی چیف جسٹس آف پاکستان خود کریں گے، 19 فروری کو کیس لگا ہے ری الیکشن کے حوالے سے، یعنی کہ جو ابھی الیکشن ہوا ہے اس کو آپ کالعدم قرار دے دیں. تو یہ بھی ہمیں نہیں بھولنا چاہیے کہ اگر کوئی بھی سینٹر میں حکومت نہیں بنائے گا تو اس کیس کا جو فیصلہ ہوگا یا جو بھی آؤٹ کم آئے گا وہ بڑا ضروری اور اہم ہوگا اس ملک کی سیاست کے لیے اور فیوچر کے لیے. اگر آپ اس سچویشن کو آج پیر صاحب پگاڑا کے بیان بلکہ ان کی تقریر کے ساتھ مکس کر کے استعمال کریں تو فیوچر کورس آف ایکشن آپ کو سمجھ آ جائے گا. پھر تو بنی بنائی گیم انہوں نے سمجھو پہلے ہی بتا دیا. سر آپ دیکھیں نا کہ ہمیشہ ڈیموکریسی تو یہی تھی کہ جو پارٹی اکثریت میں اس کو دعوت دی جاتی ہے حکومت بنانے کے لیے. ان دونوں پارٹیوں کو پہلے دینی چاہیے تھا کہ اپنی شکست تسلیم کرتے، اعلیٰ ظرف دکھاتے اور پی ٹی آئی کو کہتے کہ جی آپ حکومت بنائیں. اب تک نورا کشتی یہ ہوئی ہے کہ ہم بنیں گے، ہم لیں گے، ہم نہیں کریں گے، ہم یہ کر دیں گے، ہم اتنا ساتھ دیں گے، ہم اتنا ساتھ دیں گے. یہ سارا جو چکر چلایا گیا، اور پلس یہ کہ
पीटीआई को ना किसी सूरत में ना एस्टेब्लिशमेंट देना चाहती है गवर्नमेंट, और ना ये लोग चाहते हैं कि वो आगे आए। तो इस सूरत में सवाए इसके कि री इलेक्शन की तरफ जाया जाएगा या मार्शल लॉ की तरफ, और कोई रास्ता नहीं बचता। अब री इलेक्शन भी आसान नहीं है और मार्शल लॉ भी आसान नहीं है। इस टाइम अगर हम देखें तो मार्शल लॉ जो है वो ज्यादा सूट करेगा नून लीग को और पीपल्स पार्टी को, कैसे? क्योंकि हुकूमत बनाने की पोजीशन में तो वो है नहीं, और अगर बन भी गई तो उनके पल्ले कुछ नहीं, आप बेहतर जानते हैं। वो इस तरह सूट करेगा कि हमारे साथ जो होने वाली है ना फ्यूचर में, उसको शेयर करें, ख्वारी की शेयरिंग में आए, वो ये कहना चाह रहे हैं। बिल्कुल बिल्कुल। वो भी अपनी तरफ से चालाकी कर रहे हैं, लेकिन इन्हें नहीं पता कि एस्टेब्लिशमेंट भी इनकी वालदा है। जी, इस सारी सूरत हाल में एस्टेब्लिशमेंट भी बड़ी गहरी नजर रखे हुए है, कुछ ना कुछ इसका हल निकल आएगा। अगर तो पीटीआई के साथ एस्टेब्लिशमेंट के दोबारा अच्छे तल्लुकात हो जाते हैं तो हुकूमत बनाना कोई मुश्किल काम नहीं। ओ सर, फिर तो कुछ भी मुश्किल काम नहीं। और आप यकीन कीजिए कि एस्टेब्लिशमेंट अगर थोड़ा सा पाकिस्तान का ख्याल कर ले, थोड़ा सा दूरंदेशी से काम ले ले, तो सब कुछ सर बसर मुमकिन है। इमरान को मनाना कतन मुश्किल नहीं सर। इमरान को प्यार के साथ, मोहब्बत के साथ, बखुदा आप हर चीज पे आमादा कर सकते हैं। इमरान को डरा धमका के नहीं मनाया जा सकता। नहीं जी, ऐसे ही सर, उसका मुतालबा भी तो कोई गैर जमहूरी नहीं है। अगर देखा जाए तो अगर उसने सीटें जीती हुई हैं तो ठीक है, उनके ऊपर इंक्वायरी करके अगर उसकी बनती है तो दे दी जाए, तो हर्ज भी कोई नहीं। अगर इस मुल्क के हालात को स्टेबल करना चाहती है एस्टेब्लिशमेंट, और दोबारा से अपनी इज्जत को भी रिस्टोर करना चाहती है, जो कि एक लोगों में गमो गुस्सा है उसको कम करना चाहती है, तो बड़ा अच्छा मौका है एस्टेब्लिशमेंट के पास। जी, और ये देखें, एस्टेब्लिशमेंट की रिस्पेक्ट रिस्टोर होती है ना, तो ये पाकिस्तान की रिस्पेक्ट है जो रिस्टोर होती है। और वही नक्काद जो इस वक्त चुप करके बैठे हैं, इंटरनेशनल मीडिया सुबह शाम लत्ते ले रही है हमारी एस्टेब्लिशमेंट की, यहां से जो माउथ पीसेस होने चाहिए थे, जो बोलने वाले लोग थे, वो तो चुप बैठे हुए हैं। ऐसी सिचुएशन क्रिएट होनी चाहिए थी। मैं बड़ी देर पहले से ये गुजारिश करता चला आ रहा हूं कि एस्टेब्लिशमेंट के पास हर दौर में बिग ब्रदर्स होते थे, बिग ब्रदर्स इन द मीडिया। एस्टेब्लिशमेंट हैज रन आउट ऑफ दोज बिग ब्रदर्स नाउ। वो बिग ब्रदर्स इकट्ठे करने पड़ेंगे, लेकिन बिग ब्रदर्स भी वो जो मेरिट पे, हुब्बुल वतनी के तहत एस्टेब्लिशमेंट को सपोर्ट देते थे। खरीदारी ना की जाए, वो लोग वैसे ही मशकूक हो जाते हैं, उनकी बात में अल्लाह तासीर खत्म कर देता है। इमरान को मनाना कोई मुश्किल नहीं है, मोहब्बत के साथ, प्यार के साथ, ऑनर के साथ उसे कहें कि भाई इस वक्त हालात का तकाजा है कि तुम वाहिद लीडर हो, तुम्हारी पार्टी तगड़ी पार्टी है, आओ सारी हुकूमतें बनाओ और दिखाओ विद इन अ ईयर्स टाइम कि पाकिस्तान की डूबी हुई मईशत रॉकेट की तरह ऊपर चली गई है, विच ओनली यू कैन डू। हम भी तुम्हें सपोर्ट करेंगे, और कोई वजह नहीं है कि दीगर पार्टीज एहतजाज करें। वो क्या करेंगी? कौन सी पार्टी है जो एहतजाज के तौर पर जलसी भी कर सकती है? कोई छोटी सी जलसी लाहौर प्रेस क्लब के सामने। तो इमरान के अलावा कोई पार्टी इस पोजीशन में नहीं है सर। जनाब, तो इस वक्त फायदा उठाना चाहिए, मुल्क के लिए, कौम के लिए, एस्टेब्लिशमेंट को पूरा फायदा उठाना चाहिए इमरान खान का। और आप बड़ी अच्छी तजवीज़ दी है आपने कि उसको मनाना कोई मुश्किल काम नहीं है। आपने बड़ा अच्छा मशवरा दिया है, और मेरा ख्याल है कि हमारे जो आला हल्के हैं उनको इस बात पे सोचना चाहिए। सवाल यह है कि इमरान को कौन ब्राइडल करेगा? क्या इमरान सबको सेफ पैसेज देने के लिए तैयार हो जाएगा? वो तो कहता है ना डील है ना ढील है। नहीं 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 सर, वो जिस चीज के लिए वो कहता है ना, वो उसका देखिए ना मेथड और है। वो ये कहता है कि मुल्क की खातिर मैं सब कुछ करने के लिए तैयार हूं, लेकिन मुल्क को लूटने वालों के साथ कोई डील नहीं करना चाहता। अब ट्रेजेडी ये है सुलहरी साहब कि हर एक ने तो हस्बे तौफीक मुल्क को लूटा हुआ है। नहीं, लेकिन सर उस पे तो किया जा सकता है, क्योंकि अब वो पहले कहता है कि पहले भी मैंने मेरे से पहले केसेस बनाए गए थे, मैंने नहीं आके बनाए। वो ये भी कहता है बड़ा बरमला, उसने 1 साल लोगों को ये सिखाया है कि केसेस मेरे से पहले, पनामा भी मेरे से पहले आया था। उसने सिर्फ एक केस बनाया था शहबाज शरीफ के ऊपर जो मनी लॉन्ड्रिंग का था, अदरवाइज वो इंतकामी कार्रवाई भी किसी से नहीं ली उसने। सर, ट्रूथ एंड रेकन्सिलिएशन के बगैर चारा नहीं है।
बाहर सूरत आपको वो करनी पड़ेगी। सर यही बात एग्जैक्ट आज इमरान खान साहब ने कही है। अली मोहम्मद खान ने बाहर आके यही कहा है कि खान साहब कह रहे हैं कि मैं फतह मक्का वाली जो बात सूरत हाल थी कि सबको माफ कर दूंगा, सियासी इंतकाम नहीं होगा, और उन्होंने मेंशन किया ट्रूथ एंड रिकंसिलिएशन कमीशन का जो नेल्सन मंडेला का था वो मेंशन किया बाकायदा तौर पे। अल्लाह करे ऐसा ही हो। अब तो मेरा नहीं ख्याल कि इमरान को कभी किसी भी स्टेज पर मुर्रिख मुर्द इल्जाम ठहराएगा। अब ये कहें कि पहल खान साहब ने कर दी है तो ये कहना गलत नहीं होगा, क्या ख्याल है सर? जी, अगर पहल की है तो ये तो बहुत ही बड़ी बात है। इमरान को फॉर्मली जेल से दावत भेजनी चाहिए आसिफ अली जरदारी को और नवाज शरीफ को, बशर्ते के उसकी सीटें उसको दे दी जाएं। सर इस वक्त जो गेंद है वो एस्टेब्लिशमेंट की कोर्ट में है, वो चाहे तो मुल्क के मफाद में खेले या मुल्क के, वो अब उनके ऊपर है कि वो अपनी गेंद को किस तरह इस्तेमाल करते हैं। चलें, थैंक यू वेरी मच, बहुत शुक्रिया जी। चाचा जी ਵੀ ਆ ਸਲੈਰੀ ਸਾਹਿਬ ਨੇ ਨਾ ਜਿਹੜੇ हाँ जी, ਬਈ ਮੈਨੂੰ ਬੜੇ ਚੰਗੇ ਲੱਗਦੇ ਆ। अच्छा अज कोई गुस्ताखी नहीं करनी उन्हां दी शान च ਨਹੀਂ ਤੇ ਮੈਂ ਕੱਲ ਕੀ ਕੀਤੀ ਸੀ ਜੀ? है जेड़ा लेडीज टेलर शेलर कहना शुरू कर दिंदा है। ਉਹ ਯਾਰ ਤੈਨੂੰ ਕਿਹਨੇ ਕਿਹਾ ਵੀ ਟੇਲਰ ਜਿਹੜਾ ਛੋਟੀ ਚੀਜ਼ ਹੁੰਦੀ ਆ? ਕਸਮ ਖੁਦਾ ਦੀ ਅੱਜ ਵੀ 2.5-3 ਹਜ਼ਾਰ ਦੀ ਦਿਹਾੜੀ ਲਾ ਕੇ ਉੱਠਦਾ ਵਾ 2.5-3 हज़ार की डॉलर। ਪਾਕਿਸਤਾਨੀ। अच्छा चाचा मजाक ना करे, दस कि किहो जी हुकूमत तू चाहना है? ਨੇ ਮੈਨੂੰ ਕਲੀਅਰ ਕਰਕੇ ਦੱਸ। जमहूरीयत चाहना है कि मार्शल लॉ चाहना है? ਭਾਜੀ ਜਮਹੂਰੀਅਤ ਹੋਵੇ ਜਾਂ ਕੁਝ ਵੀ ਹੋਵੇ ਪਰ ਆਹ ਮਹਿੰਗਾਈ ਨਾ ਹੋਵੇ। नहीं, इसका मतलब तो ये है ना कि महंगाई ना हो, चाहे जमहूरियत की ऐसी तैसी कर दी जाए। ਬਈ ਮੈਨੂੰ ਇਹੋ ਜਿਹੀ ਜਮਹੂਰੀਅਤ ਨਹੀਂ ਚਾਹੀਦੀ ਜਿਹਦੇ ਨਾਲ ਮੇਰੇ ਬੱਚੇ ਭੁੱਖੇ ਮਰ ਜਾਣ। भाई तुम उस महंगाई की बात कर रहे हो जो पिछले 2 साल से है। ਹਾਂਜੀ 2 ਸਾਲ ਤੋਂ ਬੜੀ ਜ਼ਲੀਲ ਮਹਿੰਗਾਈ ਆ ਬਈ। ਐਡਾ ਬੁਰਾ ਹਾਲ ਤਾਂ ਕਰੋਨਾ ਦੇ ਦਿਨਾਂ ਦੇ ਵਿੱਚ ਵੀ ਨਹੀਂ ਸੀ। ਇਹ ਕਰੋਨਾ ਤੋਂ ਵੀ ਬਦਤਰ ਹੈਗੀ, ਇਸ 'ਚ ਕੋਈ ਸ਼ੱਕ ਨਹੀਂ। ਲੇਕਿਨ ਇਹਦੇ ਚਾਚਾ ਜਮਹੂਰੀਅਤ ਦਾ ਕੋਈ ਕਸੂਰ ਨਹੀਂ ਹੈਗਾ। ਜਮਹੂਰੀਅਤ ਚੰਗੀ ਭਲੀ ਚੱਲ ਰਹੀ ਸੀ, ਚਲਦੇ ਚਲਦੇ ਉਹਨੂੰ ਤੋੜਿਆ ਗਿਆ, ਖਤਮ ਕੀਤਾ ਗਿਆ ਤੇ ਫਿਰ ਇਹ ਨਤੀਜਾ ਸਾਹਮਣੇ ਆਇਆ। ਮੈਂ ਤੈਨੂੰ ਮੁਕਤਸਰ ਦੱਸਤਾ ਵੇ, ਸਾਡੇ ਕੋਲ ਹੁਣ ਭੁੱਖਾ ਨਾ ਨਹੀਂ ਲੜਿਆ ਜਾਣਾ। ਤੁਸੀਂ ਕਿਹਾ ਸੀ ਵੀ ਘਰੋਂ ਨਿਕਲੋ, ਵੋਟ ਪਾਓ, ਹਾਲਾਤ ਸਹੀ ਹੋ ਜਾਣਗੇ। ਹੁਣ ਤੁਸੀਂ ਹਾਲਾਤ ਸਹੀ ਕਰੋ। ਅੱਲਾ ਮਿਹਰਬਾਨੀ ਕਰੇਗਾ ਚਾਚਾ, ਹਾਲਾਤ ਬਹੁਤ ਸਹੀ ਹੋਣਗੇ। ਓਏ ਅੱਲਾ ਤਾਂ ਮਿਹਰਬਾਨੀ ਕਰੂ, ਉਹ ਭਾਵੇਂ ਤੁਸੀਂ ਵੀ ਤਾਂ ਕੋਈ ਹਿਲਜੁਲ ਕਰੋ। ਸਾਡੀ ਵਾਰੀ ਹੱਸ ਕੇ ਦਿਖਾ ਦੇਣਾ ਤੂੰ। ਚਾਚਾ ਤੂੰ ਗੱਲ ਹੀ ਇਸ ਤਰੀਕੇ ਨਾਲ ਕਰਨਾ, ਹਾਸਾ ਨਿਕਲ ਜਾਂਦਾ। ਅੱਛਾ ਚਾਚਾ, ਤੇਰਾ ਵੱਡਾ ਭਰਾ ਬੜਾ ਚੁੱਪ ਹੈਗਾ, ਤਾਇਆ। ਇਹ ਆਪਣੇ ਖਿਆਲਾਂ 'ਚ ਵਿਚਾਰਾ ਚਿੱਤੜ ਖੁਰਕ ਰਿਹਾ। ਆ ਸਾਲਿਆ ਦੋਵੇਂ ਹੱਥ ਤੇਰੇ ਸਾਹਮਣੇ ਆ ਘਰ ਤੋਂ ਖੁਰਕ ਰਿਹਾ ਸੀ ਤੇ ਖੁਰਕ ਮੈਂ ਸਿੰਘਾਂ ਨਾਲ ਰਿਹਾ ਸੀ। ਆਫਤਾਬ ਸਾਹਿਬ ਇੱਕ ਗੱਲ ਤੇ ਦੱਸੋ, ਹਾਂਜੀ ਹੁਕਮ। ਜੇ ਮਾਰਸ਼ਲ ਆ ਜਾਏ ਤਾਂ ਕੀ ਬੁਰਾਈ ਹੈ ਇਹਦੇ 'ਚ? ਅੱਛਾ ਤਾਇਆ, ਮਾਰਸ਼ਲ ਲਾਅ ਨਾਲ ਮਸਾਇਲ ਹੱਲ ਹੋ ਜਾਣਗੇ? ਜਮਹੂਰੀਅਤ ਕੋਲੋਂ ਕੀਤੇ ਨਹੀਂ ਜਾ ਰਹੇ ਤੇ ਮਾਰਸ਼ਲ ਲਾਅ ਕਰ ਦੇਗਾ? ਨਹੀਂ, ਇਹਨਾਂ ਨੂੰ ਸਬਕ ਤੇ ਸਿਖਾਉਣਾ ਚਾਹੀਦਾ ਨਾ। ਆ ਜਿਹੜੇ ਆਪੇ ਹੀ ਫੈਸਲੇ ਕਰਨ ਡਏ ਆ। ਕੀ ਮਤਲਬ? ਆ ਇੱਕ ਜਿਹੜਾ ਕਹਿੰਦਾ ਜਿੰਨੀ ਦੇਰ ਸੀਟਾਂ ਨਹੀਂ ਵਾਪਸ ਕਰੋਗੇ ਮੈਂ ਗੱਲ ਹੀ ਨਹੀਂ ਕਰਨੀ। ਯਾਨੀ ਕਿ ਇਮਰਾਨ ਖਾਨ। ਆਹੋ ਜੀ। ਤਾਂ ਦੂਸਰਾ ਕਹਿੰਦਾ ਸਦਰ ਬਣਾ ਦਿਓ, ਹਕੂਮਤ 'ਚ ਸ਼ਾਮਲ ਨਹੀਂ ਹੋਣਾ। ਜ਼ਰਦਾਰੀ ਸਾਹਿਬ। ਹਾਂਜੀ, ਤੇ ਮੀਏ ਦੇ ਨਾਰੇ ਵੀ ਹੋਰ ਤਰ੍ਹਾਂ ਵੱਜਣ ਲੱਗ ਪਏ ਆ। ਇਹਦਾ ਕੀ ਮਤਲਬ ਹੈ ਤਾਇਆ? ਕਦੀ ਕਹਿੰਦਾ ਹਮਨੇ ਵਜ਼ੀਰ ਆਜ਼ਮ ਨਹੀਂ ਬਣਨਾ, ਕਦੀ ਕਹਿੰਦਾ ਹਮੇ ਵਫਾਕੀ ਹੁਕੂਮਤ ਨਹੀਂ ਚਾਹੀਦੀ। ਬਈ ਨਹੀਂ ਚਾਹੀਦੀ ਤਾਂ ਕਿਤੇ। ਤਾਇਆ ਪਲੀਜ਼ ਪਲੀਜ਼ ਪਲੀਜ਼। ਇਹ ਪਤਾ ਕੀ ਕਹਿਣ ਲੱਗਾ ਸੀ? ਓਏ ਬੰਦੇ ਦਾ ਪੁੱਤ ਬਣ, ਓਏ ਹਜੇ ਮੈਂ ਨੌਕਰੀ ਕਰਨੀ ਆ ਉੱਥੇ। ਅੱਛਾ ਜੀ, ਤੇ ਕਹਿਣਾ ਕੀ ਚਾਹ ਰਿਹਾ ਤਾਇਆ ਤੂੰ? ਮੈਂ ਇਹ ਕਹਿ ਰਿਹਾ ਸੀ ਕਿ ਮਾਰਸ਼ਲਾਂ ਲਾ ਕੇ ਇਹਨਾਂ ਨੂੰ ਥੋੜਾ ਜਿਹਾ ਸਵਾਦ ਤੇ ਚਖਾਓ। ਨਹੀਂ ਤਾਇਆ, ਇਹ ਤੇ ਫਜ਼ੂਲ ਜੀ ਗੱਲ ਕਰ ਰਹੇ ਨਾ। ਜਿਹੜਾ ਕੰਮ ਰੱਦੇ ਅਮਲ 'ਚ ਹੋਏਗਾ ਨਾ ਉਹ ਬੇਕਾਰ ਹੈ। ਇਹ ਮੋਟੀ ਜੀ ਗੱਲ ਯਾਦ ਰੱਖੀ, ਜਿਹੜਾ ਕੰਮ ਰਿਐਕਸ਼ਨ 'ਚ ਹੋਏਗਾ, ਰੱਦੇ ਅਮਲ 'ਚ ਹੋਏਗਾ, ਇਹ ਬੇਕਾਰ ਹੈ। ਇਹ ਕੁਰਬੇ ਕਿਆਮਤ ਆ ਭਾਜੀ, ਕੁਰਬੇ ਕਿਆਮਤ ਆ। ਕਿਹੜੀ ਚੀਜ਼? ਆ ਪਟਵਾਰੀ ਵੀ ਨਵਾਜ਼ ਲੀਗ ਨੂੰ ਸੰਤਾ ਕਰਨਗੇ। ਵਾਕਈ ਇਹ ਗੱਲ ਸਮਝ ਨਹੀਂ ਆ ਰਹੀ ਕਿ ਤਾਇਆ ਤੂੰ ਨਵਾਜ਼ ਲੀਗ ਨੂੰ ਰਗੜਾ ਲਾ ਰਿਹਾ। ਉਹ ਸਰ ਮੈਂ ਖਿੱਚ ਗਿਆ, ਕੋਈ ਬੰਦੇ ਦਾ ਪੁੱਤ ਬਣਨ ਹੀ ਨਹੀਂ ਡਿਆ। ਆ ਇੱਕ ਨਵੀਂ ਸੁਣ ਲਓ, हाँ जी, ਆ ਲੂਮਾਂ ਬੰਦ ਹੋਣ ਲੱਗੀਆਂ ਭਾਈ ਸਾਰੀਆਂ। ये भी एक बड़ी अलार्मिंग बात है, बड़ी खौफनाक बात। एप्टमा ने सर्कुलर जारी कर दिया है कि इन एनर्जी रेट्स पर टेक्सटाइल इंडस्ट्री नहीं चल सकती। ਲੈ ਹੁਣ ਸਭਾ ਸत्यानाश हो जाना। पहले ही बेड़ा गर्क था वाकई, अब रही सही कसर निकल जाएगी। और चाचा 2 साल पहले क्या कोई कारीगर मिलता था फारिग टेक्सटाइल का? ਨਾ ਜੀ ਨਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਮਰਾਨ ਖਾਨ ਦੇ ਦੌਰ ਦੇ ਵਿੱਚ 10-10 ਸਾਲਾਂ ਦੇ ਅਗਲਿਆਂ ਕੋਲ ਆਰਡਰ ਸੀ। कैसी कैसी मार कार्रवाइयाँ देखने को मिल रही थी सिर्फ टेक्सटाइल के शोबे में।
और भी बहुत कुछ हो रहा था, लेकिन टेक्सटाइल ने तो कमाल कर दिया था। और अगर आप गौर से देखें कि ये जो फैसलाबाद ने सफा चट कर दिया है तमाम एंटी इमरान एलिमेंट्स को, उसकी एक बुनियादी वजह यह भी थी, एक्चुअली तो उसकी हुकूमत प्रो इंडस्ट्री थी, प्रो कॉमर्स, प्रो बिजनेस थी, लेकिन टेक्सटाइल के शोबे में तो कमाल कर दिया था। अमेरिका से इतने ऑर्डर्स थे, यूरोप से इतने ऑर्डर्स थे, मिडल ईस्ट से, हर जगह से। कोई कारीगर फारिग नहीं था, महंगे महंगे दामों भी नहीं मिलते थे लोग। और आज आलम यह है कि धड़ाधड़ बंद हो रहे हैं यूनिट। चाचा वैसे लूमा ले तेरा ध्यान खूब गया। ਭਾਜੀ ਇੱਕ ਗੱਲ ਤੇ ਦੱਸੋ, ਇਹਨੂੰ ਕਾਹਦੀ ਤਕਲੀਫ ਆ ਲੂਮਾ ਬੰਦ ਹੋਣ ਦੀ? ਓਏ ਮੀਏ ਮੰਛੇ ਦਾ ਸਾਲਾ ਏ। ਇਹ ਇਤਰਾਜ਼ ਮੀਆਂ ਮਨਛੇ ਨੂੰ ਹੋ ਭਾਈ, ਮੈਨੂੰ ਤਾਂ ਨਹੀਂ। वैसे चाचा तुम हो बागो बहार शख्सियत। ਇਹ ਗੱਲ ਪਤਾ ਨਹੀਂ ਮੇਰੇ ਹੱਕ 'ਚ ਵਾ ਕੇ ਖਿਲਾਫ ਆ। नहीं चाचा, वाकई तुम्हारी कोई लूमे शुमे हैं एक दो? ਮੇਰੀ ਕਿੱਧਰੋਂ ਹੋਣੀ, ਮੈਂ ਗਰੀਬ ਆਦਮੀ ਆ ਭਾਈ। तो फिर लूमा दी एडी फिक्र क्यों तेनू? ਅਸਲ 'ਚ ਮੇਰੇ ਗਵਾਂਢ ਆ ਲੂਮਾਂ ਲੱਗੀਆਂ ਹੋਈਆਂ। साथ वाले प्लॉट में? ਆਹੋ, अच्छा। ਉਹ ਤਾਂ ਜਦੋਂ ਬੰਦ ਹੁੰਦੀਆਂ ਵਾ ਸਾਨੂੰ ਨੀਂਦ ਨਹੀਂ ਆਉਂਦੀ। ओहो, अच्छा लो। ਅਸੀਂ ਤਾਂ ਉਹਦੀਆਂ ਮਿੰਨਤਾਂ ਕਰੀਦੀਆਂ, ਭਾਈ ਤੂੰ ਈਦ ਵਾਲੇ ਦਿਨ ਵੀ ਛੁੱਟੀ ਨਾ ਕਰੀ, ਅਸੀਂ ਸੌਂ ਨਹੀਂ ਸਕਦੇ। हर बिजनेस दा पैड़ा हाल है आजकल चाचा। ਆ ਸਿਰਫ ਸਬਜ਼ੀਆਂ ਵਾਲੇ ਛਾਏ ਹੋਏ ਆ। वो किस तरह? ਉਹ ਤੈਨੂੰ ਪਤਾ ਆਲੂ, ਮੂਲੀ, ਗਾਜਰ, ਟਮਾਟਰ ਕਿਵੇਂ ਵੇਚਣ ਡਏ ਆ? कैसे? ਉਹਨਾਂ ਨੇ ਸੈਂਪਲ ਬਣਾਏ ਹੋਏ ਆ। ਬਤਾਊ ਹੱਥ 'ਚ ਫੜ ਕੇ ਕਹਿੰਦੇ ਆ ਉਹ ਬਤਾਊ ਆ ਜਿਹਨੇ ਸਾਦ ਰਫੀਕ ਨੂੰ ਹਰਾਇਆ, ਆ ਉਹ ਮੂਲੀ ਆ ਜਿਹਨੇ ਜਵੇਦ ਲਤੀਫ ਦੀ ਬੇੜੀਆਂ 'ਚ ਬੱਟੇ ਪਾਏ ਆ। ਆ ਰਾਜਾ ਰਿਆਜ਼ ਤੇ ਫਿਰ ਦੀਵਾਨੇ ਕੋਲੋਂ ਹਰਿਆ ਹੋਣਾ। और वो तो बेचारा लड़ा ही नहीं, उसका बेटा लड़ा है। ਅੱਛਾ ਵੀ ਦੇਖ ਲੈ ਵੀ ਇਹ ਖੁਰਾਕ ਵਾਲੀ ਗੱਲ ਤੂੰ ਵੇਚੀ ਛੱਡਤੀ। खुराक अली कौन सी गल? तुमने पूछा था, मैंने बता दिया। ਤੂੰ ਤਾਂ ਗੋਸ਼ਤ ਤੇ ਸੀ ਫੂਡ ਤੋਂ ਇਲਾਵਾ ਦੱਸਣੀ ਕੁਝ ਨਹੀਂ ਡਿਆ। चाचा असल तू पूछना ही ये चाहना है ना, होर मैं तेन जड़ी बूटियां दसा। ਇਹ ਜੜੀ ਬੂਟੀਆਂ 'ਚ ਵੀ ਕੋਈ ਅਸਰ ਹੁੰਦਾ ਕਿ ਗੱਲ ਹੀ ਬਣੀ ਆ? तू करना की चाहना है जड़ी बूटियां ना? ਉਹ ਮੈਂ ਤਾਂ ਪੱਠਿਆਂ ਦੀ ਮਜ਼ਬੂਤੀ ਚਾਹੁੰਦਾ ਵਾਂ। ਆ ਹੱਥ ਦੇਖ ਲੈ, ਚੱਕਣਾ ਬੜਾ ਔਖਾ ਹੈ। ਆਪਣੀ ਉਮਰ ਦੇ ਹੰਨੀ ਦੇ ਆ, ਇਸ ਉਮਰ ਦੇ ਵਿੱਚ ਕੋਈ ਚੀਜ਼ ਵੀ ਚੁੱਕਣੀ ਬਹੁਤ ਔਖੀ ਆ। ਹਾਂ ਤੂੰ ਤਾਂ ਫਾਸਟ ਬੌਲਰ ਆ ਨਾ। बस चाचा तुम बहुत ही वाहियात आदमी है। ਵੀ ਇਹਦੇ ਵਿੱਚ ਕਿਹੜੀ ਵਾਹਿਯਾਤੀ ਆ? ਇੱਕ ਤਾਂ ਮੈਂ ਤੇਰੇ ਤੋਂ ਬਹੁਤ ਦੁਖੀ ਆ, ਮੈਂ ਤੇਰੀ ਸ਼ਿਕਾਇਤ ਲਾਉਣੀ ਆ। किनू लानी शिकायत? ਆ ਗੰਦੇ ਆਂਡੇ ਨੂੰ। वो मेरा अफसर हैगा। ਸਾਨੂੰ ਤਾਂ ਉਹਨੇ ਮੱਥੇ ਲਾਇਆ ਨਾ ਤੇਰੇ। इसे वजह नाल ते मैनू उनदा इंतजार हैगा। ਹੁਣ ਉਸ ਵਿਚਾਰੇ ਦਾ ਸਤਿਆਨਾਸ਼ ਕਰੂ ਸਾਡੀ ਖੁੰਦਕ 'ਚ। ਹੁਣ ਤਾਂ ਬੜੇ ਸਸਤੇ ਬਾਲ ਲੱਗਦੇ ਆ, ਲਵਾਉਂਦਾ ਕਿਉਂ ਨਹੀਂ? नहीं पिछले दिनों लगवा तो रहा था वो। ਨਹੀਂ ਤੇ ਫਿਰ ਸਿਰ ਦੇ ਤਾਂ ਨਹੀਂ ਲਵਾਏ, ਮੈਨੂੰ ਲੱਗਦਾ ਬਗਲਾਂ ਦੇ ਹੀ ਲਵਾ ਲੇ। चाचा प्लीज, बेहुदगी करते हो तुम। ਓਏ ਆਹੋ ਜੇ ਲਵਾਏ ਹੋਣ ਤਾਂ ਸਿਰ ਤੇ ਨਜ਼ਰ ਨਾ ਆਉਣ। अच्छा मेरे साथ मत्था ना लगाओ प्लीज। मैं बात करता हूँ दलील से और तुम दलील से भागते हो। मेरे ना गल कर रहे। नहीं आ कैमरामैन दा चेजा लैन दिया। मैं भैं सवेर दा खादा भी कुछ नहीं, बोल बोल के दिमाग खराब हो गया मेरा। यार ये तुम क्यों बीच में ये ऐड कर देते हो? नहीं की ऐड करदा जी? ਆ ਜਿਹੜਾ ਤੂੰ ਭੈਂ ਕਹਿਣਾ।